ਪਹਿਲੀ ਪਾਰਟੀ ਦੀ ਆਪਾਂ ਗੱਲ ਕਰ ਲੈਂਦੇ ਆ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਪ੍ਰਧਾਨ ਸਾਹਿਬ ਜਸਵੀਰ ਗੜੀ ਬਸਪਾ ਦੇ ਪ੍ਰਧਾਨ ਆ, ਵੱਡਾ ਚਿਹਰਾ ਪੰਜਾਬ ਦੇ ਵਿੱਚ। ਪਿਛਲੇ 8 ਮਹੀਨਿਆਂ ਤੋਂ ਉਹ ਹਲਕਾ ਫਗਵਾੜਾ ਦੇ ਵਿੱਚ ਗੁਜ਼ਰ ਰਹੇ ਆ। ਹਰ ਇੱਕ ਪਿੰਡ, ਹਰ ਇੱਕ ਸ਼ਹਿਰ ਦੇ ਕੋਨੇ-ਕੋਨੇ ਤੇ ਵੱਡੀਆਂ ਵੱਡੀਆਂ ਫਲੈਕਸਾਂ ਲੱਗੀਆਂ ਆ, ਹੋਰਡਿੰਗਾਂ ਲੱਗੀਆਂ ਹੋਈਆਂ ਆ। ਟਾਈਮ ਉਹਨਾਂ ਨੂੰ ਬੜਾ ਚੰਗਾ ਮਿਲ ਗਿਆ ਪ੍ਰਚਾਰ ਕਰਨ ਦੇ ਲਈ। ਬਹੁਤ ਵੱਡਾ ਚਿਹਰਾ ਜਸਵੀਰ ਗੜੀ ਨੂੰ ਕਿੱਥੇ ਦੇਖਦੇ ਹੋ? ਦੇਖੋ, ਮੈਂ ਪਹਿਲਾਂ ਜੇ ਮੈਂ ਆਪਣੀ ਗੱਲ ਕਰਾਂ, ਦੇਖੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਇਲੈਕਸ਼ਨ ਲੜਨਾ ਜਿਹੜਾ ਹੈਗਾ ਉਹ ਬੜੇ ਵੱਡੇ ਬਜਟ ਦਾ ਕੰਮ ਹੈਗਾ। ਮੈਂ ਪੈਸੇ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਜਿੰਨੇ ਵੀ ਉਮੀਦਵਾਰ ਖੜੇ ਆ ਉਹਨਾਂ ਸਾਰਿਆਂ ਕੋਲ ਬੇਅੰਤ ਪੈਸਾ, ਭਾਵੇਂ ਉਹ ਗਲਤ ਤਰੀਕੇ ਨਾਲ ਕਮਾਇਆ ਹੋਇਆ ਆ, ਬੇਅੰਤ ਪੈਸਾ। ਪੈਸੇ ਦੇ ਮਾਮਲੇ 'ਚ ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਸਾਧਨਾਂ ਦੇ ਮਾਮਲੇ ਦੇ ਵਿੱਚ ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਸਾਧਨ ਸੰਪੰਨ ਲੋਕ ਨੇ, ਲੇਕਿਨ ਕੰਮ ਦੇ ਮਾਮਲੇ ਦੇ ਵਿੱਚ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਇਹ ਗੱਲ ਮੈਂ ਚੈਲੰਜ ਕਰਕੇ ਕਹਿੰਦਾ, ਜਿਹੜੇ ਮਰਜ਼ੀ ਮੈਦਾਨ ਦੇ ਵਿੱਚ ਉਹ ਆ ਜਾਣ। ਕੰਮ ਦੇ ਮਾਮਲੇ ਦੇ ਵਿੱਚ ਉਹ ਮੈਂ ਆਪਣੇ ਕੰਮਾਂ ਦੀ ਲਿਸਟ ਦਊਂਗਾ, ਉਹ ਤਾਂ ਸਾਰੇ ਜਾ ਕੇ ਲੋਕਾਂ ਨੂੰ ਇਹ ਗੱਲ ਕਹਿਣਗੇ ਵੀ ਮੈਨੂੰ ਵੋਟ ਪਾ ਦਿਓ, ਮੈਂ ਤੁਹਾਡੇ ਲਈ ਆਹ ਕਰੂੰਗਾ, ਮੈਨੂੰ ਵੋਟ ਪਾ ਦਿਓ, ਮੈਂ ਤੁਹਾਡੇ ਲਈ ਆਹ ਕਰੂੰਗਾ। ਪਰ ਮੈਂ ਤਾਂ ਜਾ ਕੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਮੈਂ ਤੁਹਾਡੇ ਲਈ ਆਹ ਕੁਛ ਕੀਤਾ ਆ, ਮੈਨੂੰ ਤਾਂ ਵੋਟ ਪਾਇਓ। ਰਹੀ ਗੱਲ ਬਸਪਾ ਪੰਜਾਬ ਦੇ ਪ੍ਰਧਾਨ ਦੀ, ਜਿਹੜਾ ਉਹਨਾਂ ਨੇ 8 ਮਹੀਨਿਆਂ ਤੋਂ ਕੋਈ ਤੁਸੀਂ ਕਹਿੰਦੇ ਬੜੇ ਬੋਰਡ ਲਾਇਓ ਆ, ਪੋਸਟਰ ਲਾਇਓ ਆ, ਬੜਾ ਟਾਈਮ ਉਹਨਾਂ ਨੂੰ ਪ੍ਰਚਾਰ ਲਈ ਮਿਲ ਗਿਆ। ਨੋ ਡਾਊਟ ਪ੍ਰਚਾਰ ਲਈ ਟਾਈਮ ਮਿਲ ਗਿਆ। ਬੋਰਡ ਲਾਤੇ, ਗਿਣਤੀ ਵੋਟਾਂ ਦੀ ਹੋਣੀ ਆ, ਬੋਰਡਾਂ ਦੀ ਥੋੜ੍ਹੀ ਹੋਣੀ ਆ। ਵੋਟਾਂ ਦੀ ਗਿਣਤੀ ਹੋਣੀ ਆ, ਵੋਟਾਂ ਦੀ ਗਿਣਤੀ ਹੋਣੀ ਆ। ਸ਼ਾਇਦ ਉਹਨਾਂ ਦੇ ਮਨ 'ਚ ਭੁਲੇਖਾ ਹੋਵੇ ਕਰਿਆ ਬੋਰਡਾਂ ਦੀ ਗਿਣਤੀ ਹੋਣੀ ਆ, ਅਤੇ ਬੋਰਡਾਂ ਦੀ ਗਿਣਤੀ ਨਹੀਂ ਹੋਣੀ। ਇਸ ਕਰਕੇ ਬੋਰਡ ਲਾ ਲੈਣ, ਜੋ ਮਰਜ਼ੀ ਕਰ ਲੈਣ, ਅੱਖੀਂ ਘੱਟਾ ਨਹੀਂ ਪੈਣਾ। ਮੈਂ ਤਾਂ ਇਹ ਗੱਲ ਦਾਅਵੇ ਨਾ ਕਹਿੰਦਾ। ਜਿਹੜੀ ਮੈਂ ਕੰਮ ਦੀ ਗੱਲ ਕਰਦਾ, ਬਸਪਾ ਨੂੰ ਮੈਂ ਪਿਛਲੇ ਤੁਸੀਂ 2 ਇਲੈਕਸ਼ਨਾਂ ਦਾ ਰਿਕਾਰਡ ਕੱਢ ਲਓ। 12 ਦੇ ਵਿੱਚ ਤਾਂ ਮੈਂ ਲੜਿਆ ਸੀ, 17 ਦੇ ਵਿੱਚ ਬਸਪਾ ਨੇ ਇੱਕ ਉਮੀਦਵਾਰ ਦਿੱਤਾ ਸੀ ਇੱਥੇ, ਸੁਰਿੰਦਰ ਢੰਡਾ। ਸੁਰਿੰਦਰ ਢੰਡਾ ਇਲੈਕਸ਼ਨ ਲੜਿਆ 17 ਦੇ ਵਿੱਚ। ਫਗਵਾੜੇ ਦੇ ਲੋਕਾਂ ਨੂੰ ਮੈਂ ਖੁੱਲ੍ਹਾ ਸਵਾਲ ਪੁੱਛਦਾ ਵੀ ਦੱਸੋ, 17 ਦੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਕਿਤੇ ਦੱਸਿਆ, ਲੱਭਿਆ ਕਿਤੇ ਉਹ ਤੁਹਾਡੇ ਦੁੱਖ ਸੁੱਖ 'ਚ ਖੜਿਆ? 19 ਦੀ ਜਿਮਨੀ ਚੋਣ ਹੋ ਗਈ। 19 ਦੀ ਜਿਮਨੀ ਚੋਣ ਦੇ ਵਿੱਚ ਉਹਨਾਂ ਨੇ ਉਮੀਦਵਾਰ ਦਿੱਤਾ ਭਗਵਾਨ ਦਾਸ ਸਿੱਧੂ, ਜਿਹੜਾ ਜਿਮਨੀ ਚੋਣ 'ਚ ਦਿੱਤਾ ਬਸਪਾ ਨੇ PDA ਦੇ ਤਹਿਤ। ਉਹ ਜਿਮਨੀ ਚੋਣ ਤੋਂ ਬਾਅਦ ਅੱਜ ਤੱਕ ਲੱਭਾ, ਅੱਜ ਤੱਕ ਕਿਤੇ ਦੱਸਿਆ? ਅਤੇ ਜੇ ਉਹ ਲਿਆਂਦਾ ਕਿੱਥੋਂ ਸੀਗਾ? ਉਹ ਲਿਆਂਦਾ ਸੀ ਸ਼ਾਮ 84 ਤੋਂ, 45 ਕਿਲੋਮੀਟਰ ਤੋਂ। ਔਰ ਹੁਣ ਜਿਹੜਾ ਆਇਆ ਬਸਪਾ ਦਾ ਪੰਜਾਬ ਪ੍ਰਧਾਨ, ਉਹ 65 ਕਿਲੋਮੀਟਰ ਤੋਂ ਆ। ਉਹ ਲੱਭ ਜਾਊ? ਨਹੀਂ ਲੱਭਣਾ। ਇਲੈਕਸ਼ਨ ਤੋਂ ਬਾਅਦ ਜਰਨੈਲ ਨੰਗਲ ਹੀ ਲੋਕਾਂ ਦੇ ਵਿੱਚ ਆ। ਇਲੈਕਸ਼ਨ ਤੋਂ ਪਹਿਲਾਂ ਵੀ ਜਰਨੈਲ ਨੰਗਲ ਹੀ ਲੋਕਾਂ ਦੇ ਵਿੱਚ ਸੀ। ਮੈਂ ਇੱਥੇ ਐਵੇਂ ਜਿਹੜੇ ਕਹਿੰਦੇ ਹੁੰਦੇ ਆ ਵੀ ਬਰਸਾਤੀ ਡੱਡੂਆਂ ਵਾਂਗ ਨਹੀਂ ਮੈਂ ਇੱਥੇ ਰਹਿੰਦਾ, ਮੈਂ ਹਮੇਸ਼ਾ ਲੋਕਾਂ ਦੇ ਵਿੱਚ ਖੜ੍ਹਾ। ਉਹ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਪੈਸੇ ਦੇ ਜ਼ੋਰ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕਰ ਰਹੇ ਆ, ਲੇਕਿਨ ਲੋਕ ਜਿਹੜੇ ਹੈਗੇ ਆ ਉਹ ਲਗਾਤਾਰ ਇਸ ਕਾਰਗੁਜ਼ਾਰੀ ਨੂੰ ਦੇਖ ਰਹੇ ਆ। ਮੈਂ ਤਾਂ ਇਹ ਗੱਲ ਜਿਹੜੀ ਆ ਲੋਕਾਂ ਨੂੰ ਕਹਿੰਦਾ ਵੀ ਮੈਂ ਹੁਣ ਤੱਕ ਜੋ ਕੁਛ ਵੀ ਕੀਤਾ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆ। ਮੁੱਦਿਆਂ ਦੀ ਗੱਲ ਹੈ, ਮੁੱਦਿਆਂ ਦੇ ਉੱਤੇ ਤੁਹਾਡੇ ਹੱਕਾਂ ਦੀ ਰਖਵਾਲੀ ਦੇ ਲਈ ਕੌਣ ਖੜਦਾ, ਕੌਣ ਬੋਲਦਾ, ਇਹ ਗੱਲ ਜਿਹੜੀ ਹੈਗੀ ਆ ਇਹ ਲੋਕ ਆਪਣੇ ਧਿਆਨ ਵਿੱਚ ਰੱਖ ਕੇ ਫੈਸਲਾ ਕਰਨਗੇ। ਉਹ ਤਾਂ ਕਹਿੰਦੇ ਆ ਵੀ ਜੇਕਰ ਜਸਵੀਰ ਗੜੀ ਜਿੱਤਦੇ ਆ ਤਾਂ ਪੰਜਾਬ ਦੇ ਡਿਪਟੀ CM ਬਣਨੇ ਆ, ਅਤੇ ਉਹ ਹਲਕਾ ਫਗਵਾੜਾ ਦੀ ਨੁਹਾਰੇ ਬਦਲ ਦੇਣਗੇ। ਨਹੀਂ, ਇਹ ਗੱਲ ਕਹਿਣ ਦੇ ਵਿੱਚ ਕੋਈ ਨੁਕਸਾਨ ਥੋੜ੍ਹੀ, ਲੋਕਤੰਤਰ ਆ। ਉਹ ਦੇਖੋ, ਸੁਪਨੇ ਦੇਖਣ ਦੇ ਵਿੱਚ ਕਿਸੇ ਨਾ ਕੋਈ ਜਾਂਦਾ ਨਹੀਂ। ਇੱਥੇ ਕਿਹੜਾ ਟੈਕਸ ਲੱਗਦਾ ਸੁਪਨੇ ਦੇਖਣ ਦੇ ਵਿੱਚ? ਉਹ ਡਿਪਟੀ CM ਛੱਡ ਕੇ CM ਬਣਨ, ਹੈ ਨਾ? ਉਹ ਤਾਂ ਸੁਪਨਿਆਂ ਦੀ ਗੱਲ ਆ ਨਾ। ਬਣਾਉਣਾ ਲੋਕਾਂ ਨੇ ਆ, ਲੋਕਾਂ ਨੇ ਜਿਤਾਉਣਾ। ਔਰ ਜਿਹੜਾ ਬੰਦਾ ਇੱਥੇ ਇਲੈਕਸ਼ਨ ਲੜਨ ਵਾਸਤੇ ਹੀ ਆਇਆ, ਇਲੈਕਸ਼ਨ ਤੋਂ ਬਾਅਦ ਚਲੇ ਜਾਣਾ, ਫਗਵਾੜੇ ਦੇ ਲੋਕਾਂ ਨੂੰ ਕੰਮ ਪੈ ਗਿਆ ਤਾਂ ਕਿੱਥੇ ਨੂੰ ਜਾਣਗੇ? ਪਹਿਲਾਂ ਬਰਾਮ ਆਉਂਦਾ, ਫਿਰ ਬੰਗਾ, ਫਿਰ ਨਵਾਂ ਸ਼ਹਿਰ, ਫਿਰ ਉਸ ਤੋਂ ਬਾਅਦ ਜਾ ਕੇ ਬਲਾਚੌਰ ਆਉਂਦਾ। ਇੱਕ ਗੱਲ ਦਾ ਜਵਾਬ ਦਿਓ ਵੀ ਬਸਪਾ ਪਾਰਟੀ ਦੇ ਪ੍ਰਧਾਨ ਹੈ ਜਸਵੀਰ ਗੜੀ, ਅਤੇ ਉਹਨਾਂ ਨਾਲ ਹਜੇ ਜੇਕਰ ਦੇਖੀਏ ਤਾਂ ਪੂਰੀ ਬਸਪਾ ਨਹੀਂ ਤੁਰਦੀ ਦਿਖਾਈ ਦੇ ਰਹੀ। ਜੇ ਦੂਜੇ ਪਾਸੇ ਅਕਾਲੀ ਦਲ ਦੀ ਦੇਖੀਏ ਤਾਂ ਅਕਾਲੀ ਦਲ ਦੇ ਵਿੱਚ ਵੀ ਬੜਾ ਰੌਲਾ ਰੱਪਾ ਆ, ਧੜੇਬੰਦੀ ਹੈਗੀ ਆ। ਇੱਕ ਵੱਡੇ ਪ੍ਰਧਾਨ ਹੋਣ, ਸੁਖਬੀਰਬਾਲ ਦਾ ਥਾਪੜਾ ਹੋਵੇ ਅਤੇ ਆਪਸ ਦੇ ਵਿੱਚ ਤਾਲਮੇਲ ਨਹੀਂ ਬਣ ਰਿਹਾ। ਇਹ ਉਹਨਾਂ ਦਾ ਵੈਸੇ ਆਪਣਾ ਮਾਮਲਾ, ਤੁਸੀਂ ਕਿੱਦਾਂ ਦੇਖਦੇ ਹੋ? ਨਹੀਂ, ਮੈਂ ਤਾਂ ਇਹ ਗੱਲ ਓਪਨਲੀ ਕਹਿੰਦਾ, ਇਹ ਗੱਲ ਬਈ ਜਿਹੜਾ ਇਹ ਸਮਝੌਤਾ ਹੋਇਆ, ਇਸ ਸਮਝੌਤੇ ਨੂੰ ਮੈਂ ਤਾਂ ਸੌਦਾ ਕਹਿੰਦਾ ਵੀ ਸੌਦਾ ਹੋਇਆ, ਸਮਝੌਤਾ ਥੋੜ੍ਹੀ ਹੋਇਆ। ਇਹ ਤੁਸੀਂ ਜਾ ਕੇ ਦੇਖ ਲਓ ਵੀ ਅੱਜ ਯਾਰ ਕਮਾਲ ਕਰੀ ਜਾਂਦੇ ਆ ਵੀ ਜਸਵੀਰ ਸਿੰਘ ਗੜੀ ਅੱਜ ਤੋਂ ਜਦੋਂ ਇਹਨਾਂ ਦਾ ਸਮਝੌਤਾ ਹੋਇਆ, ਇਹ ਪਿਛਲੇ ਸਾਲ ਮਈ ਮਹੀਨੇ ਦੀ ਗੱਲ ਆ। ਉਸ ਤੋਂ 6 ਮਹੀਨੇ ਪਹਿਲਾਂ ਜਸਵੀਰ ਸਿੰਘ ਗੜੀ ਦੀ ਇੱਕ ਸਪੀਚ ਬੜੀ ਤੁਸੀਂ ਦੇਖੀ ਹੋਣੀ ਆ, ਜਿਹਦੇ ਵਿੱਚ ਕਹਿੰਦਾ ਵੀ ਅਕਾਲੀ ਦਲ
ਜਿਹਨੇ ਦਲਿਤਾਂ ਦੇ ਜਿਹੜੇ ਨਾਲ ਧੋਖਾ ਕੀਤਾ। ਅਕਾਲੀ ਦਲ ਜਿਹੜਾ ਕਹਿੰਦਾ ਸੀ ਦਲਿਤਾਂ ਦੇ ਵਿਹੜਿਆਂ ਦੇ ਵਿੱਚ ਕੋਈ ਅਫਸਰ ਨਾ ਪੈਦਾ ਹੋ ਜਾਵੇ, ਅਕਾਲੀ ਦਲ ਜਿਹਨੇ 85ਵੀਂ ਸੋਧ ਨਹੀਂ ਲਾਗੂ ਹੋਣ ਦਿੱਤੀ, ਅਕਾਲੀ ਦਲ ਜਿਹਨੇ ਕਾਂਸ਼ੀ ਰਾਮ ਸਾਹਿਬ ਨਾਲ ਧੋਖਾ ਕੀਤਾ, ਇਹ ਸਾਰੀਆਂ ਗੱਲਾਂ ਕਹਿੰਦੇ ਸੀਗੇ। ਤੇ ਅੱਜ ਅਕਾਲੀ ਦਲ ਨੇ ਕਿਹੜਾ ਦਲਿਤਾਂ ਦੇ ਨਾਲ ਵਫਾ ਕਮਾ ਲਈ ਹੈ? ਜਦੋਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਗਰੀਬੀ ਵਰਗ ਦੇ, ਚਾਹੇ ਦਲਿਤ ਆ ਚਾਹੇ ਜਨਰਲ ਸਮਾਜ ਆ, ਜੋ ਵੀ ਗਰੀਬੀ ਵਰਗ ਆ, ਚਾਹੇ ਆਪਾਂ ਰੇਹੜੀ ਫੜੀਆਂ ਦੀ ਗੱਲ, ਤੁਸੀਂ ਕਹਿੰਦੇ ਹੋ ਤੁਸੀਂ ਬਾਂਹ ਫੜਦੇ ਹੋ, ਤੁਸੀਂ ਹਰ ਵੇਲੇ ਖੜਦੇ ਹੋ। ਬਸਪਾ ਵੀ ਇੱਦਾਂ ਕਹਿ ਰਹੀ ਆ, ਉਹ ਕਹਿੰਦੀ ਅਸੀਂ ਬੇਸਹਾਰਿਆਂ ਦੇ ਸਹਾਰਾ ਆ। ਫਿਰ ਫਰਕ ਕੀ ਹੈਗਾ ਤੁਹਾਡੇ ਦੋਹਾਂ 'ਚ? ਮੈਂ ਤਾਂ ਕਰਕੇ ਦੱਸਿਆ ਨਾ, ਉਹ ਦੱਸਣ ਤਾਂ ਸਹੀ, ਕਰਕੇ ਤਾਂ ਦੱਸਣ, ਕਰਕੇ ਦਿਖਾਲਣ ਵੀ ਅਸੀਂ ਆਹ ਕੀਤਾ। ਮੈਂ ਫਗਵਾੜੇ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਈ ਲਗਾਤਾਰ 10 ਸਾਲ ਹੋ ਗਏ ਮੈਨੂੰ ਵਰਕ ਕਰਦੇ ਨੂੰ, ਲਗਾਤਾਰ 10 ਸਾਲ। ਉਹ ਦੱਸਣ। ਮੈਂ ਮਰਨ ਵਰਤ ਤੱਕ ਤੇ ਵੀ ਬੈਠਾ, ਉਹ ਦੱਸਣ। ਮੈਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਖਿਲਾਫ ਲਗਾਤਾਰ ਲੜਾਈ ਲੜ ਰਿਹਾ, ਉਹ ਦੱਸਣ ਕਿੱਥੇ ਲੜੀ ਆ। ਮੈਂ ਰੇਹੜੀ ਫੜੀ ਵਾਸਤੇ ਲੜਾਈ ਲੜੀ, ਮੈਂ ਆ ਐਲੀਵੇਟਡ ਪੁਲ ਦੇ ਬਣਾਉਣ ਦੇ ਵਾਸਤੇ ਲੜਾਈ ਲੜੀ, ਮੈਂ ਇਸ ਪੁਲ ਦੇ ਥੱਲੇ ਟੈਕਸੀ ਸਟੈਂਡ, ਆਟੋ ਰਿਕਸ਼ਾ ਸਟੈਂਡ, ਰਿਕਸ਼ਾ ਸਟੈਂਡ, ਇਹ ਸਾਰਿਆਂ ਵਾਸਤੇ ਜਗ੍ਹਾ ਛਡਵਾਈ ਲੜਾਈ ਲੜ ਕੇ। ਮੈਂ ਦੱਸਾਂ ਵੀ ਜੇ ਫਗਵਾੜੇ ਦੇ ਵਿੱਚ ਅਵਾਰਾ ਪਸ਼ੂ ਘੁੰਮਦੇ ਆ, ਉਹਨਾਂ ਨੂੰ ਲਿਜਾ ਕੇ ADC ਦੇ ਦਫ਼ਤਰ ਕਿਉਂ ਬੰਨਿਆ? ਮੈਨੂੰ ਵੀ ਧਮਕੀਆਂ ਮਿਲਦੀਆਂ ਸੀ, ਮੈਂ ਇਸ ਕਰਕੇ ਬੰਨਿਆ ਸੀ ਕਿ ਉਹ ਜਿਹੜੇ ਅਵਾਰਾ ਤੁਰੇ ਜਾਂਦੇ ਪਸ਼ੂ ਆ, ਉਹ ਲੋਕਾਂ ਦੇ ਹਾਦਸਿਆਂ ਦਾ ਕਾਰਨ ਬਣਦੇ, ਕਈਆਂ ਦੀ ਮੌਤ ਵੀ ਹੋ ਗਈ ਆ। ਲੇਕਿਨ ਉਹ ਕੰਮ ਕਿਹਨੇ ਕੀਤਾ? ਉਹ ਵੀ ਜਾ ਕੇ ਮੈਨੂੰ ਹੀ ਕਰਨਾ ਪਿਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮੈਂ ਤਾਂ ਕਰਕੇ ਕਹਿ ਰਿਹਾ, ਮੈਂ ਤਾਂ ਕੀਤੀਆਂ ਹੋਈਆਂ ਤਦ ਕਹਿ ਰਿਹਾ। ਲੋਕਾਂ ਦੇ ਨਾਲ ਮੈਂ ਥਾਣਿਆਂ ਦੇ ਵਿੱਚ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਪੁਲਿਸ ਦੇ ਖਿਲਾਫ ਪੰਚਾਇਤ ਕਿਹਨੇ ਕੀਤੀ? ਮੈਂ ਹੀ ਕੀਤੀ। ਪੁਲਿਸ ਦੇ ਖਿਲਾਫ ਪੰਚਾਇਤ ਕਰਨ ਵਾਲਾ ਕਿਹੜਾ ਸ਼ਖਸ ਆ? ਅਸੀਂ ਆ। ਜੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਚੀਜ਼ਾਂ ਉਹ ਦਿਖਾਲਣ ਤਾਂ ਸੀ ਵੀ ਅਸੀਂ ਕੀ ਕੀਤਾ। ਉਹਨਾਂ ਨੇ ਸਿਰਫ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ, ਲੋਕਾਂ ਨੂੰ ਜਜ਼ਬਾਤੀ ਕਰਦੇ ਆ। ਜਦੋਂ ਦੇਖ ਲਓ ਉਦੋਂ ਇੱਕੋ ਹੀ ਗੱਲ ਕਰੀ ਜਾਣੀ ਆ। ਤਾਂ ਉਹ ਚੀਜ਼ ਜਿਹੜੀ ਹੈਗੀ ਆ, ਉਹ ਅੱਜ ਲੋਕਾਂ ਦੇ ਸਮਝ ਵਿੱਚ ਆ ਗਈ ਆ। ਅੱਜ ਅਸੀਂ ਜਿਹੜੀ ਆਪਣੀ ਕੰਮ ਕੀਤਾ ਹੋਇਆ, ਉਸ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗ ਰਹੇ ਹਾਂ। ਉਹ ਉੱਦਾਂ ਤਾਂ ਸਾਰੀਆਂ ਪਾਰਟੀਆਂ ਕਹੀ ਜਾਂਦੀਆਂ ਅਸੀਂ ਗਰੀਬਾਂ ਦੇ ਹਮਦਰਦ ਹਾਂ, ਅਸੀਂ ਗਰੀਬਾਂ ਦੇ ਹਮਦਰਦ ਹਾਂ। ਗੱਲ ਤਾਂ ਇੱਦਾਂ ਹੁੰਦੀ ਆ ਬਈ, ਪੰਜਾਬੀ ਦੀ ਕਹਾਵਤ ਆ, ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।